ਹੈਲੋ ਸਟੂਡੈਂਟਸ, तो ਅੱਜ ਅਸੀਂ ਕਰਾਂਗੇ 10th ਕਲਾਸ ICSE ਦਾ ਫਿਜ਼ਿਕਸ ਦਾ ਸੀ ਪਾਰਟ 5ਵੇਂ ਚੈਪਟਰ ਦਾ ਪਹਿਲਾ ਟੌਪਿਕ ਇਹਦੇ ਵਿੱਚ ਹੈ ਜੀ ਪਾਵਰ ਆਫ ਲੈਂਸ। ਲੈਂਸ ਦੀ ਪਾਵਰ ਦਾ ਮਤਲਬ ਕੀ ਆ? ਪਾਵਰ ਲੈਂਸ ਦੀ ਹੁੰਦੀ ਆ ਐਬਿਲਿਟੀ ਟੂ ਕਨਵਰਜ ਔਰ ਡਾਈਵਰਜ ਦਾ ਰੇਜ਼ ਇਨਸੀਡੈਂਟ ਔਨ ਇਟ। ਮਤਲਬ ਲੈਂਸ ਦੀ ਕਿੰਨੀ ਐਬਿਲਿਟੀ ਆ ਰੇਜ਼ ਨੂੰ ਕਨਵਰਜ ਜਾਂ ਫਿਰ ਡਾਈਵਰਜ ਕਰਨ ਦੀ। ਹੁਣ ਸਾਡੇ ਕੋਲ ਦੋ ਤਰ੍ਹਾਂ ਦੇ ਲੈਂਸ ਹੁੰਦੇ ਹਨ, ਕਨਵੈਕਸ ਅਤੇ ਕਨਕੇਵ। ਕਨਵੈਕਸ ਦੀ ਐਬਿਲਿਟੀ ਹੁੰਦੀ ਕਨਵਰਜ ਕਰਨ ਦੀ ਅਤੇ ਕਨਕੇਵ ਦੀ ਹੁੰਦੀ ਡਾਈਵਰਜ ਕਰਨ ਦੀ। ਜਿੰਨੀ ਉਹ ਲਾਗੇ ਓਬਜੈਕਟ ਨੂੰ ਕਨਵਰਜ ਜਾਂ ਫਿਰ ਕਿੰਨੀ ਦੂਰ ਦੂਰ ਉਹ ਡਾਈਵਰਜ ਕਰ ਦੇਣਗੇ ਉਨੀ ਉਹਨਾਂ ਦੀ ਕੀ ਹੋਊਗੀ? ਪਾਵਰ। ਸੋ ਪਾਵਰ ਨੂੰ ਅਸੀਂ ਮੇਜ਼ਰ ਕਰਨ ਲਈ ਇੱਕ ਫੋਰਮੂਲਾ ਬਣਾਇਆ, ਪਾਵਰ ਇਜ਼ ਇਕੁਅਲ ਟੂ ਦੀ 1 ਬਾਏ ਫੋਕਲ ਲੈਂਥ ਇਨ ਮੀਟਰਸ। ਅਤੇ ਪਾਵਰ ਦੇ ਯੂਨਿਟ ਕੀ ਆ? ਡਾਈਓਪਟਰ। ਡੀ ਨਾਲ ਇਹਨੂੰ ਆਪਾਂ ਰਿਪਰਜੈਂਟ ਕਰਨਾ। ਥਿਨ ਲੈਂਸ ਦੀ ਪਾਵਰ ਘੱਟ ਹੁੰਦੀ, ਥਿਕ ਲੈਂਸ ਦੀ ਪਾਵਰ ਜ਼ਿਆਦਾ ਹੁੰਦੀ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਅਤੇ ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਡਿਪੈਂਡਿੰਗ ਔਨ ਦੀ ਡਾਇਰੈਕਸ਼ਨ ਇਨ ਵਿਚ ਦਾ ਲੈਂਸ ਡੈਵੀਏਟਸ ਦਾ ਲਾਈਟ ਰੇ ਇਟਸ ਪਾਵਰ ਇਜ਼ ਆਈਦਰ ਪੋਜ਼ੀਟਿਵ ਔਰ ਨੈਗੇਟਿਵ। ਇੱਕ ਚੀਜ਼ ਤੁਸੀਂ ਯਾਦ ਰੱਖਣੀ ਆ ਵੀ ਜਿਹੜਾ ਕਨਵੈਕਸ ਲੈਂਸ ਆ ਇਹ ਸੈਂਟਰ ਵੱਲ ਨੂੰ ਰੇਜ਼ ਨੂੰ ਕੀ ਕਰ ਦਿੰਦਾ ਵਾ? ਕਨਵਰਜ ਕਰ ਦਿੰਦਾ ਵਾ। ਇਸ ਕਰਕੇ ਇਹਦੀ ਪਾਵਰ ਕੀ ਹੁੰਦੀ ਆ? ਪੋਜ਼ੀਟਿਵ। ਅਤੇ ਜਿਹੜਾ ਕਨਕੇਵ ਲੈਂਸ ਆ ਉਹ ਸੈਂਟਰ ਤੋਂ ਅਵੇ ਵੱਲ ਨੂੰ ਡਾਈਵਰਜ ਕਰ ਦਿੰਦਾ, ਇਹਦਾ ਮਤਲਬ ਇਹਦੀ ਪਾਵਰ ਕੀ ਹੁੰਦੀ ਆ? ਨੈਗੇਟਿਵ। ਇਹ ਵੀ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ। ਪਾਵਰ ਆਫ ਕਨਵੈਕਸ ਲੈਂਸ ਜਿਹਦੀ ਫੋਕਲ ਲੈਂਥ 20 ਸੈਂਟੀਮੀਟਰ ਹੋਵੇ। ਸੈਂਟੀਮੀਟਰਾਂ ਨੂੰ ਪਹਿਲਾਂ ਮੀਟਰ 'ਚ ਕਰੋਗੇ, 20/100 100 ਉੱਪਰ ਆ ਜਾਊਗਾ। 5 ਡਾਈਓਪਟਰ ਜਿਹੜੀ ਲੈਂਸ ਪਾਵਰ ਹੁੰਦੀ ਆ ਪੋਜ਼ੀਟਿਵ ਦੀ ਕਨਵੈਕਸ ਲੈਂਸ ਦੀ, ਅਤੇ -5 ਡਾਈਓਪਟਰ ਹੁੰਦੀ ਆ ਕਨਕੇਵ ਲੈਂਸ ਦੀ ਜਿਹਦੀ ਫੋਕਲ ਲੈਂਥ 20 ਸੈਂਟੀਮੀਟਰ ਹੈ, ਠੀਕ ਹੈ ਜੀ। ਜੇਕਰ ਅਸੀਂ ਦੋ ਲੈਂਸਿਸ ਨੂੰ ਕੰਟੈਕਟ ਦੇ ਵਿੱਚ ਰੱਖੀਏ ਦੈਨ ਪਾਵਰ ਨੂੰ ਅਸੀਂ ਕੀ ਕਰਦੇ ਹਾਂ? ਅਲਜਬਰਿਕ ਸਮ। ਪਾਵਰਸ ਦਾ ਅਸੀਂ ਕੀ ਕਰਦੇ ਹਾਂ? ਅਲਜਬਰਿਕ ਸਮ। ਮਤਲਬ ਪਾਵਰ ਦਾ ਸਿੰਪਲ ਫਾਰਮੂਲਾ ਕੰਬੀਨੇਸ਼ਨ 'ਚ ਕੀ ਆ? P1 + P2। ਜੇ ਦੋ ਲੈਂਸ ਜੋੜਤੇ ਨਾ ਅਸੀਂ ਅਤੇ ਪਾਵਰ ਦਾ ਆਹ ਫਾਰਮੂਲਾ ਲੱਗਣਾ, ਠੀਕ ਹੈ ਜੀ। ਰਿਜ਼ਲਟੈਂਟ ਜਿਹੜੀ ਪਾਵਰ ਹੋਊਗੀ, ਠੀਕ ਹੈ ਜੀ। ਜੇਕਰ ਆਪਾਂ ਇੱਕ ਕਨਵੈਕਸ ਲੈਂਸ ਨੂੰ ਕਨਕੇਵ ਲੈਂਸ ਨਾਲ ਰੱਖ ਦਈਏ, ਦੋਨਾਂ ਦੀ 2 ਅਤੇ -2 ਡਾਇਓਪਟਰ ਆ, ਅਤੇ ਉਹਨਾਂ ਦੀ ਪਾਵਰ ਕੰਬਾਈਨ ਹੋ ਕੇ ਕੀ ਹੋ ਜੂਗੀ? 0 ਪਾਵਰ। ਸੋ ਇਟ ਵਿਲ ਬਿਹੇਵ ਲਾਈਕ ਏ ਗਲਾਸ ਪਲੇਟ। ਨਾ ਰੇਜ਼ ਨੂੰ ਕਨਵਰਜ ਕਰੂਗੇ ਅਤੇ ਨਾ ਹੀ ਡਾਈਵਰਜ ਕਰੂਗੇ। ਹੁਣ ਆਪਾਂ ਗੱਲ ਕਰਦੇ ਹਾਂ ਮੈਗਨੀਫਾਈਂਗ ਗਲਾਸ ਦੀ। ਮੈਗਨੀਫਾਈਂਗ ਗਲਾਸ ਅਤੇ ਸਿੰਪਲ ਮਾਈਕਰੋਸਕੋਪ ਇੱਕ ਕਨਵੈਕਸ ਲੈਂਸ ਨੂੰ ਹੀ ਆਪਾਂ ਮੈਗਨੀਫਾਈਂਗ ਗਲਾਸ ਬੋਲਦੇ ਹਾਂ। ਜਦੋਂ ਅਸੀਂ ਕਨਵੈਕਸ ਲੈਂਸ ਦੇ ਸਾਹਮਣੇ ਓਬਜੈਕਟ ਨੂੰ ਉਹਦੇ ਫੋਕਸ ਅਤੇ ਓਪਟੀਕਲ ਸੈਂਟਰ ਵਿੱਚ ਰੱਖਦੇ ਹਾਂ, ਉਹਦੀ ਉਹ ਇੱਕ ਮੈਗਨੀਫਾਈਡ ਇਮੇਜ ਬਣਾਉਂਦਾ ਵਾ ਜਿਹੜੀ ਕਿ ਵਰਚੁਅਲ, ਇਰੈਕਟ ਅਤੇ ਹਾਈਲੀ ਮੈਗਨੀਫਾਈਡ ਹੁੰਦੀ ਆ, ਠੀਕ ਹੈ ਜੀ। ਅਤੇ ਇਹ ਇਮੇਜ ਨੂੰ ਕਿੱਥੇ ਜ਼ਰੂਰੀ ਹੁੰਦਾ ਹੈ ਕਿੱਥੇ ਬਣੇ? ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 'ਤੇ। ਸਾਨੂੰ ਕੋਈ ਵੀ ਓਬਜੈਕਟ ਜਿਹੜੀ ਆ ਡਿਸਟਿੰਕਟਲੀ ਕਦੋਂ ਦਿਖਦੀ? ਜਦੋਂ ਉਹ ਕਿੱਥੇ ਪਈ ਹੋਵੇ? ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 'ਤੇ, ਦੈਟ ਇਜ਼ 25 ਸੈਂਟੀਮੀਟਰ 'ਤੇ, ਠੀਕ ਹੈ ਜੀ। ਦਸ ਐਨ ਓਬਜੈਕਟ ਇਜ਼ ਸੀਨ ਡਿਸਟਿੰਕਟਲੀ ਐਂਡ ਮੈਕਸੀਮਮ ਸਾਈਜ਼ ਵੈਨ ਇਟ ਇਜ਼ ਪਲੇਸਡ ਐਟ ਏ ਡਿਸਟੈਂਸ D ਫਰੋਮ ਦੀ ਆਈ। ਦਾ ਐਂਗਲ ਸਬਸਟੈਂਡਰਡ ਜਿਹੜਾ ਵਾ ਉਸ ਸਮੇਂ ਐਂਗਲ ਜਿਹੜਾ ਸਬਟੈਂਡਰਡ ਹੁੰਦਾ ਵਾ ਉਹ ਸਾਈਜ਼ ਆਫ ਦੀ ਇਮੇਜ ਔਨ ਦੀ ਰਟੀਨਾ ਡਿਟਰਮਿਨ ਕਰਦਾ ਵਾ ਬਾਈ ਦੀ ਓਬਜੈਕਟ ਐਟ ਦੀ ਆਈ ਐਕਚੁਅਲੀ ਡਿਟਰਮਿਨਸ ਦਾ ਸਾਈਜ਼ ਆਫ ਇਮੇਜ ਔਨ ਦੀ ਰਟੀਨਾ ਕਿੰਨਾ ਬਣੂਗਾ। ਸਮਾਲਰ ਦਾ ਐਂਗਲ ਸਬਟੈਂਡਰਡ ਬਾਈ ਦੀ ਓਬਜੈਕਟ ਐਟ ਦੀ ਆਈ, ਸਮਾਲਰ ਇਜ਼ ਦਾ ਸਾਈਜ਼ ਆਫ ਦੀ ਇਮੇਜ ਔਨ ਦੀ ਰਟੀਨਾ। ਦਾ ਆਈ ਇਜ਼ ਨੋਟ ਏਬਲ ਟੂ ਸੀ ਐਨ ਓਬਜੈਕਟ ਡਿਸਟਿੰਕਟਲੀ ਇਫ ਇਟ ਸਬਸਟੈਂਡਸ ਐਨ ਐਂਗਲ ਲੈਸ ਦੈਨ 1 ਮਿੰਟ। ਮਤਲਬ 1/60 ਡਿਗਰੀ ਤੋਂ ਵੀ ਜਿਹੜਾ ਘੱਟ ਐਂਗਲ ਬਣਾਵੇ ਸਾਡੀ ਆਈ ਦੇ ਉੱਤੇ ਉਹਦਾ ਰਟੀਨਾ ਓਬਜ਼ਰਵ ਹੀ ਨਹੀਂ ਕਰ ਪਾਊਗੀ ਇਮੇਜ। ਟੂ ਓਬਜ਼ਰਵ ਏ ਸਮਾਲ ਓਬਜੈਕਟ ਵੈਨ ਪਲੇਸਡ ਐਟ to observe a small object which subtends an angle less than 1 minute at the eye when placed at least distance of distinct vision from the eye we take up the help of ਕਨਵੈਕਸ ਲੈਂਸ ਆਫ ਸ਼ੋਰਟ ਫੋਕਲ ਲੈਂਥ। ਕਹਿੰਦਾ ਇੱਦੋਂ ਛੋਟੀਆਂ ਓਬਜੈਕਟ ਨੂੰ ਦੇਖਣ ਲਈ ਜਿਹੜੀਆਂ ਸਾਡੀ ਆਈ ਤੇ 1 ਮਿੰਟ ਤੋਂ ਵੀ ਛੋਟਾ ਐਂਗਲ ਬਣਾਉਂਦੀਆਂ ਵਾ ਉਹਦੇ ਲਈ ਸਾਨੂੰ ਕਿਹਦੀ ਲੋੜ ਪੈਂਦੀ ਆ? ਮਾਈਕਰੋਸਕੋਪ ਦੀ, ਜਿਹਨੂੰ ਅਸੀਂ ਕੀ ਬੋਲਦੇ? ਕਨਵੈਕਸ ਲੈਂਸ ਆਫ ਛੋਟੀ ਫੋਕਲ ਲੈਂਥ ਹੋਊਗੀ ਅਤੇ ਪਾਵਰ ਕੀ ਹੋਊਗੀ ਉਹਦੀ? ਜ਼ਿਆਦਾ ਹੋਊਗੀ। ਜਿਹਦੀ ਫੋਕਲ ਲੈਂਥ ਛੋਟੀ ਉਹਦੀ ਉਨੀ ਪਾਵਰ ਜ਼ਿਆਦਾ, ਬਿਕੋਜ਼ ਪਾਵਰ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦੀ ਫੋਕਲ ਲੈਂਥ। ਵੀ ਹੋਲਡ ਦਾ ਕਨਵੈਕਸ ਲੈਂਸ ਇਨ ਫਰੰਟ ਆਫ ਦੀ our eye such that the object lies just within its focal length. The lens then forms an erect virtual and magnified image on the same side behind the object. This magnified image now subtends on eye an angle more than 1 minute, so it is distinctly seen by the eye. This is the principle of simple microscope. मतलब simple microscope ਦਾ ਮੇਨ ਫੰਡਾ ਕੀ ਆ? ਓਬਜੈਕਟ ਨੂੰ ਵੱਡੀ ਕਰਕੇ ਕਦੋਂ ਦਿਖਾਉਂਦਾ? ਜਦੋਂ ਉਹਦੇ ਓਪਟੀਕਲ ਸੈਂਟਰ ਤੇ ਫੋਕਸ ਦੇ ਵਿੱਚ ਰੱਖੀ ਹੋਏਗੀ ਅਤੇ ਉਹਦੀ ਇਮੇਜ ਜਿਹੜੀ ਆ ਉਹ ਵਰਚੁਅਲ, ਇਰੈਕਟ ਐਂਡ ਹਾਈਲੀ ਮੈਗਨੀਫਾਈਡ ਹੁੰਦੀ ਹੈ। ਅੱਖ ਦੇ ਉੱਤੇ 1 ਮਿੰਟ ਤੋਂ ਉੱਤੇ ਮਤਲਬ 1/60 ਡਿਗਰੀ ਤੋਂ ਉੱਤੇ ਦਾ ਐਂਗਲ ਬਣਾਉਂਦੀ ਹੋਊਗੀ, ਫਿਰ ਹੀ ਸਾਡਾ ਰਟੀਨਾ ਇਹਨੂੰ ਓਬਜ਼ਰਵ ਕਰ ਪਾਏਗਾ, ਠੀਕ ਆ ਜੀ।
ਇਹ ਅਸੀਂ ਇਹਦੇ ਵਿੱਚ ਪ੍ਰਿੰਸੀਪਲ ਆਫ ਸਿੰਪਲ ਮਾਈਕਰੋਸਕੋਪ ਪੜ੍ਹਿਆ। ਇਹਦੀ ਕੰਸਟਰਕਸ਼ਨ 'ਚ ਕੀ ਆ, ਕੰਸਟਰਕਸ਼ਨ 'ਚ ਇਹਦੀ ਬੇਸਿਕਲੀ ਇੱਕ ਹੋਲਡਰ ਹੁੰਦਾ ਵਾ, ਹੋਲਡਰ ਦੇ ਵਿੱਚ ਆਪਾਂ ਲੈਂਸ ਫਰੇਮ ਦੇ ਵਿੱਚ ਫਿੱਟ ਕੀਤਾ ਹੁੰਦਾ ਵਾ। ਇਹ ਤੁਸੀਂ ਜਨਰਲੀ ਮਾਰਕੀਟ ਦੇ ਵਿੱਚ ਦੇਖਿਆ ਹੀ ਹੋਣਾ। ਵੇ ਆਫ ਯੂਜ਼ਿੰਗ ਦਾ ਮਾਈਕਰੋਸਕੋਪ, lens is placed near the eye and the object is at such a distance from the lens that the image is formed at a distance d, least distance of distinct vision ਤੇ image ਬਣੇ 25 ਸੈਂਟੀਮੀਟਰ ਤੇ ਬਣੇ, ਉਸ ਹਿਸਾਬ ਨਾਲ ਇਹਨੂੰ ਅਸੀਂ ਲੈਂਸ ਨੂੰ ਸੈੱਟ ਕਰਦੇ ਹਾਂ। the eye is kept close to the lens in the on the either side of the object, ਮਤਲਬ ਅਦਰ ਸਾਈਡ ਦੂਜੀ ਸਾਈਡ ਤੇ ਆਈ ਰੱਖਦੇ ਹਾਂ, ਮਤਲਬ ਜਿੱਧਰ ਆਪਾਂ ਓਬਜੈਕਟ ਪਈਏ ਨਾ ਉਦੋਂ ਦੂਜੇ ਬੰਨੇ ਆਈ ਨੂੰ ਪਲੇਸ ਕਰਦੇ ਹਾਂ ਤੇ ਆਈ ਦੇ ਲਾਗੇ ਹੀ ਲੈਂਸ ਰੱਖਦੇ ਹਾਂ। ਠੀਕ ਹੈ ਜੀ। ਦੈਨ ਰੇ ਡਾਇਗਰਾਮ ਐਂਡ ਮੈਗਨੀਫਾਈਂਗ ਪਾਵਰ। ਰੇ ਡਾਇਗਰਾਮਾਂ ਧਿਆਨ ਨਾਲ ਦੇਖੋ ਤੇ ਮੈਗਨੀਫਾਈਂਗ ਪਾਵਰ ਦਾ ਮਤਲਬ ਕੀ ਹੁੰਦਾ। ਮੈਗਨੀਫਾਈਂਗ ਪਾਵਰ ਸਿੰਪਲੀ ਕੀ ਹੁੰਦੀ ਆ ਵੀ ਆਈ ਦੇ ਉੱਤੇ ਸਾਈਜ਼ ਆਫ ਇਮੇਜ ਡਿਵਾਈਡਡ ਬਾਏ ਸਾਈਜ਼ ਆਫ ਦੀ ਓਬਜੈਕਟ ਵੀ ਆਪਾਂ ਬੋਲ ਸਕਦੇ ਹਾਂ ਇਹਨੂੰ। ਸਾਈਜ਼ ਆਫ ਦੀ ਇਮੇਜ ਡਿਵਾਈਡਡ ਬਾਏ ਸਾਈਜ਼ ਆਫ ਦੀ ਓਬਜੈਕਟ, ਜਾਂ ਇਹਨੂੰ ਐਂਗਲ ਦੇ ਹਿਸਾਬ ਨਾਲ ਵੀ ਬੋਲ ਸਕਦੇ ਹਾਂ ਵੀ ਕੱਲੀ ਓਬਜੈਕਟ ਜੇ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਪਈ ਹੋਵੇ ਕਿੰਨਾ ਐਂਗਲ ਬਣਾਊਗੀ ਤੇ ਇਮੇਜ ਕਿੰਨਾ ਐਂਗਲ ਬਣਾਊਗੀ। ਮਤਲਬ ਇਮੇਜ ਦੁਆਰਾ ਫੋਰਮ ਕੀਤਾ ਐਂਗਲ ਐਲਫਾ ਲੈ ਲਿਓ ਤੇ ਇਹਦੇ ਦੁਆਰਾ ਫੋਰਮ ਕੀਤਾ ਐਂਗਲ ਬੀਟਾ ਲੈ ਲਿਓ। ਸੌਰੀ ਮੈਂ ਉਲਟ ਬੋਲ ਗਿਆ। ਇਮੇਜ ਦੁਆਰਾ ਐਂਗਲ ਬਣਾਇਆ ਗਿਆ ਇਹਨੂੰ ਬੀਟਾ ਤੇ ਓਬਜੈਕਟ ਦੁਆਰਾ ਬਣਾਏ ਗਏ ਐਂਗਲ ਨੂੰ ਐਲਫਾ। ਬੀਟਾ ਬਾਏ ਐਲਫਾ ਨੂੰ ਅਸੀਂ ਕੀ ਬੋਲਦੇ ਹਾਂ, ਮੈਗਨੀਫਾਈਂਗ ਪਾਵਰ। ਮੈਗਨੀਫਾਈਂਗ ਪਾਵਰ ਦਾ ਮਤਲਬ ਕੀ ਆ ਵੀ ਜਿਹੜੀ ਓਬਜੈਕਟ ਪਹਿਲਾਂ ਮੰਨ ਲਓ ਸੀਗੀ 1 ਮਿਲੀਮੀਟਰ ਦੀ, ਉਹਨੂੰ ਕਿੱਡਾ ਵੱਡਾ ਕਰਕੇ ਦਿਖਾਇਆ, ਮੰਨ ਲਓ 10 ਮਿਲੀਮੀਟਰ ਦੀ ਕਰਤਾ ਤੇ ਮੈਗਨੀਫਾਈਂਗ ਪਾਵਰ ਕੀ ਹੋ ਜੂਗੀ 10/1 ਦੈਟ ਇਜ਼ 10 ਹੋ ਜੂਗੀ। ਠੀਕ ਹੈ ਜੀ। ਸੋ ਇਹਦੀ ਰੇ ਡਾਇਗਰਾਮ ਜਿਹੜੀ ਆ, ਰੇ ਡਾਇਗਰਾਮ ਬਣਾਉਣ ਲਈ ਤੁਸੀਂ ਜਿਹੜੀ ਓਬਜੈਕਟ ਆ ਉਹ ਇਹਦੇ O ਤੇ F1 ਦੇ ਵਿੱਚ ਰੱਖਣੀ ਆ। ਮੁੜ ਕੇ ਆਪਾਂ ਇੱਕ ਰੇ ਸਿੱਧੀ ਲੈ ਜਾਣੀ ਆ, ਉਹਨੂੰ ਫੋਕਸ ਦੇ ਵਿੱਚੋਂ ਕੱਢ ਦੇਣਾ, ਦੂਜੇ ਨੂੰ ਉਹਨੂੰ ਐਕਸਟੈਂਡ ਕਰਨਾ, ਇੱਕ ਰੇ ਨੂੰ ਅਨਡੈਵੀਏਟਡ ਓਪਟੀਕਲ ਸੈਂਟਰ 'ਚੋਂ ਪਾਸ ਕਰਾਉਣਾ, ਇੱਧਰਲੇ ਬੰਨੇ ਦਾ ਹਾਈਲੀ ਮੈਗਨੀਫਾਈਡ ਇਮੇਜ ਬਣ ਜੂਗਾ। ਇਹਦੀ ਮੈਗਨੀਫਾਈਂਗ ਪਾਵਰ ਦਾ ਕੀ ਮਤਲਬ ਆ ਉਹ ਧਿਆਨ ਨਾਲ ਦੇਖੋ। ਮੈਗਨੀਫਾਈਂਗ ਪਾਵਰ ਇਹਦੀ ਹੁੰਦੀ ਵੈਸੇ ਕੀ ਆ ਵੀ ਕਿੰਨਾ ਇਹਨੇ ਵੱਡਾ ਕਰਕੇ ਦਿਖਾਇਆ, ਉਹ ਕਿਹਦੇ ਇਕੁਅਲ ਆ 1+D/F। 1+D/F ਇਹਦਾ ਪ੍ਰੂਫ ਜਿਹੜਾ ਵਾ ਇਹ ਸਾਨੂੰ +2 ਦੇ ਵਿੱਚ ਜਾ ਕੇ ਆਊਗਾ ਵੀ ਇਹਦਾ ਪ੍ਰੂਫ ਕਿੱਦਾਂ ਹੁੰਦਾ ਮੈਗਨੀਫਾਈਂਗ ਪਾਵਰ ਦਾ। 1+D/F ਵੇਅਰ D ਇਜ਼ ਦਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਐਂਡ F ਇਜ਼ ਦਾ ਫੋਕਲ ਲੈਂਥ। ਠੀਕ ਹੈ ਜੀ। ਸੋ ਮੈਗਨੀਫਾਈਂਗ ਪਾਵਰ ਆਫ ਦੀ ਮਾਈਕਰੋਸਕੋਪ ਕੈਨ ਬੀ ਇਨਕਰੀਜ਼ਡ ਬਾਏ ਯੂਜ਼ਿੰਗ ਦਾ ਲੈਂਸ ਆਫ ਸ਼ੋਰਟ ਫੋਕਲ ਲੈਂਥ। ਜਿੰਨੀ ਛੋਟੀ ਫੋਕਲ ਲੈਂਥ ਹੋਊਗੀ ਉਨੀ ਟਰਮ ਆ ਜਿਹੜੀ ਆ ਡਿਨੋਮੀਨੇਟਰ 'ਚ ਪਿਆ ਵਾ F, ਜਿੰਨਾ ਛੋਟਾ ਹੋਊਗਾ ਉਨੀ ਟਰਮ ਵੱਡੀ ਹੋ ਜੂਗੀ, ਉਹਦੇ ਨਾਲ ਸਾਡੀ ਮੈਗਨੀਫਾਈਂਗ ਪਾਵਰ ਵੀ ਜ਼ਿਆਦਾ ਹੋ ਜੂਗੀ। ਠੀਕ ਹੈ ਜੀ। ਤੋ ਮੋਰ ਇਜ਼ ਦਾ ਮੈਗਨੀਫਾਈਂਗ ਪਾਵਰ ਬਟ ਇਟ ਕੈਨੋਟ ਬੀ ਇਨਕਰੀਜ਼ਡ ਇਨਡੈਫੀਨੇਟਲੀ, ਮਤਲਬ ਇਹਨੂੰ ਇਨਡੈਫੀਨੇਟਲੀ ਆਪਾਂ ਨਹੀਂ ਇਨਕਰੀਜ਼ ਕਰ ਸਕਦੇ। ਐਗਜ਼ਾਮਪਲ ਮੈਗਨੀਫਾਈਂਗ ਪਾਵਰ ਆਫ ਏ ਕਨਵੈਕਸ ਲੈਂਸ ਆਫ ਫੋਕਲ ਲੈਂਥ 100 ਸੈਂਟੀਮੀਟਰ ਜਿਹਦੀ ਫੋਕਲ ਲੈਂਥ ਆ ਇਜ਼ 1.25। ਉਹ ਕਿੱਦਾਂ ਪਤਾ ਲੱਗਾ, 25 ਅਸੀਂ ਕੀ ਕੀਤਾ 100 ਕਰਤਾ, 25/100 ਕਰਕੇ 1.25 ਆ ਗਿਆ, ਉਹਨੂੰ 1 'ਚ ਐਡ ਕੀਤਾ ਤੇ ਉਹਦੀ ਮੈਗਨੀਫਾਈਂਗ ਪਾਵਰ ਕਿੰਨੀ ਆ ਗਈ 1.25। ਵਾਈਲ ਦੈਟ ਆਫ ਦੀ ਕਨਵੈਕਸ ਲੈਂਸ ਆਫ ਫੋਕਲ ਲੈਂਥ 5 ਸੈਂਟੀਮੀਟਰ ਇਜ਼ 6। 5 ਸੈਂਟੀਮੀਟਰ ਵਾਲੇ ਦੀ ਕਿੱਦਾਂ ਕੱਢਾਂਗੇ, 25/5 ਕਰਾਂਗੇ। ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤਾਂ 25 ਹੈ ਨਾ, 25 ਨੂੰ 5 ਤੇ ਕੱਟਿਆ 5, 1+5 ਦੈਟ ਇਜ਼ 6 ਮੈਗਨੀਫਾਈਂਗ ਪਾਵਰ ਆ ਜੂਗੀ। ਠੀਕ ਹੈ ਜੀ। ਇਹ ਸਾਡੇ ਕੋਲ ਸੀਗਾ ਜਿਹੜਾ ਮਾਈਕਰੋਸਕੋਪ ਬਾਰੇ। ਮੈਗਨੀਫਾਈਂਗ ਪਾਵਰ ਹੁੰਦੀ ਕੀ ਆ, ਮੈਗਨੀਫਾਈਂਗ ਪਾਵਰ ਸਿੰਪਲੀ ਵੀ ਕਿੰਨਾ ਵੱਡਾ ਕਰਕੇ ਦਿਖਾਇਆ ਇਮੇਜ ਨੂੰ, ਉਹਨੂੰ ਬੋਲਦੇ ਅਸੀਂ ਮੈਗਨੀਫਾਈਂਗ ਪਾਵਰ। ਸੋ ਇਹ ਸੀਗਾ ਸਾਡਾ ਸਿੰਪਲ ਮਾਈਕਰੋਸਕੋਪ। ਅਗਲੀ ਵੀਡੀਓ 'ਚ ਅਸੀਂ ਅਗਲਾ ਟੌਪਿਕ ਕਰਾਂਗੇ। ਥੈਂਕ ਯੂ।